ਸਾਰਿਆਂ ਨੂੰ ਜੈ ਮਸੀਹ ਜੀ। ਮੇਰਾ ਨਾਮ ਧਰਮਵੀਰ ਹੈ। ਮੈਂ ਜਰਮਨ ਦੇ ਵਿੱਚ ਰਹਿੰਦਾ ਹਾਂ। ਅੱਜ ਮੈਂ ਆਪਣੀ ਪ੍ਰਭੂ ਦੇ ਅੱਗੇ ਗਵਾਹੀ ਦੇਣਾ ਚਾਹੁੰਦਾ ਹਾਂ। ਮੈਂ ਪਹਿਲਾਂ 23 ਸਾਲਾਂ ਤੋਂ ਇਟਲੀ ਦੇ ਵਿੱਚ ਰਹਿੰਦਾ ਸੀ ਔਰ ਮੈਂ ਇੱਕ ਬੇਕਰੀ ਦੇ ਵਿੱਚ ਉੱਥੇ ਕੰਮ ਕਰਦਾ ਸੀ। ਮੇਰਾ ਕੰਮ ਠੀਕ ਠਾਕ ਹੀ ਸੀਗਾ, ਇੰਨਾ ਅੱਛਾ ਨਹੀਂ ਸੀ ਚੱਲਦਾ, ਪਰ ਲੇਕਿਨ ਮੈਂ ਕਈਆਂ ਪੰਡਤਾਂ ਨੂੰ ਪੁੱਛਣਾ ਮੇਰਾ ਕੰਮ ਨਹੀਂ ਠੀਕ ਹੈਗਾ। ਉਹਨਾਂ ਨੇ ਮੈਨੂੰ ਕਈ ਉਪਾਅ ਦੱਸਣੇ, ਮੈਂ ਉਪਾਅ ਕਰਨੇ, ਪਰ ਲੇਕਿਨ ਕੁਛ ਹੱਲ ਨਾ ਹੋਣਾ। ਪਰ ਸਾਡੀ ਜਿੱਥੇ ਮੈਂ ਰਹਿੰਦਾ ਸੀ ਉਸ ਬਿਲਡਿੰਗ ਦੇ ਵਿੱਚ ਇੱਕ ਪਾਕਿਸਤਾਨੀ ਫੈਮਿਲੀ ਰਹਿੰਦੀ ਸੀਗੀ। ਉਹ ਵੀ ਸਾਡੇ ਹਾਲਾਤਾਂ ਨੂੰ ਜਾਣਦੇ ਸੀਗੇ ਵੀ ਉਹ ਦੇਖਿਆ ਵੀ ਇਹ ਕਾਫੀ ਪਰੇਸ਼ਾਨ ਨੇ। ਉਹਨਾਂ ਨੇ ਮੇਰੇ ਘਰ ਆਉਣਾ, ਉਹਨਾਂ ਨੇ ਆ ਕੇ ਮੈਨੂੰ ਕਹਿਣਾ ਤੁਸੀਂ ਅੱਲਾ ਦੇ ਅੱਗੇ ਫਰਿਆਦ ਕਰਿਆ ਕਰ, ਕੁਰਾਨ ਪੜ੍ਹਿਆ ਕਰ, ਧਰਮਵੀਰ ਇੱਦਾਂ ਕਰਿਆ ਕਰ। ਮੈਂ ਉਹਨਾਂ ਦੇ ਮੰਨ ਕੇ ਗੱਲ ਫਰਿਆਦ ਕਰਨ ਲੱਗ ਪਿਆ, ਅੱਲਾ ਦੇ ਅੱਗੇ ਕੁਰਾਨ ਪੜ੍ਹਨ ਲੱਗ ਪਿਆ, ਆਇਤਾਂ ਪੜ੍ਹਨ ਲੱਗ ਪਿਆ। ਮੇਰਾ ਕੁਛ ਥੋੜ੍ਹਾ ਇੰਟਰਸਟ ਇਹਨਾਂ ਦੇ ਵਿੱਚ ਕੁਛ ਜ਼ਿਆਦਾ ਹੋ ਗਿਆ। ਮੈਂ ਰਾਤ ਨੂੰ ਜਦੋਂ ਕੰਮ ਤੋਂ ਆਉਣਾ 2 ਵਜੇ ਅੱਗੇ ਨਾ ਅੱਗੇ ਫਿਰ ਆਇਤਾਂ ਪੜ੍ਹਨ ਲੱਗ ਪੈਣਾ, ਅੱਧਾ ਪੌਣਾ ਘੰਟਾ ਇਬਾਦਤ ਕਰਨ ਲੱਗ ਪੈਣਾ। ਫਿਰ ਮੈਂ ਇੱਦਾਂ ਹੀ ਮੇਰਾ ਕੰਮ ਚੱਲਦਾ ਰਿਹਾ ਔਰ ਮੈਂ ਥੋੜ੍ਹਾ ਤਰੱਕੀ ਦੇ ਵਿੱਚ ਹੁੰਦਾ ਰਿਹਾ। ਮੈਂ ਸੋਚਦਾ ਰਿਹਾ ਮੈਂ ਹੁਣ ਠੀਕ ਹੋਣ ਲੱਗ ਪਿਆ। ਕੁਛ ਸਾਲਾਂ ਬਾਅਦ ਮੈਂ ਰੋਜ਼ੇ ਵੀ ਰੱਖਦਾ ਰਿਹਾ। ਫਿਰ ਕੁਛ ਸਾਲ ਕੁ ਬਾਅਦ ਮੇਰੇ ਘਰ ਇੱਕ ਮੇਰਾ ਫਰੈਂਡ ਆਪਣਾ ਦੋਸਤ ਨੂੰ ਲੈ ਕੇ ਆਇਆ। ਉਹ ਮੇਰੇ ਨਾਲ ਕੰਮ ਖੋਲ੍ਹਣਾ ਚਾਹੁੰਦੇ ਸੀਗੇ ਬੇਕਰੀ ਦਾ, ਪਰ ਮੈਂ ਉਹਨਾਂ ਨੂੰ ਕਿਹਾ ਵੀ ਬੇਕਰੀ ਦਾ ਕੰਮ ਖੋਲ੍ਹਣ ਵਾਸਤੇ ਬਹੁਤ ਪੈਸਾ ਲੱਗਦਾ ਇੱਥੇ ਇਟਲੀ ਦੇ ਵਿੱਚ। ਅਤੇ ਮੈਂ ਕਿਹਾ ਇੱਕ ਬੰਦੇ ਨਾਲ ਨਹੀਂ, ਇੱਕ ਬੰਦਾ ਹੋਰ ਕੋਈ ਮੇਰਾ ਇੱਕ ਦੋਸਤ ਹੈਗਾ, ਉਹ ਵੀ ਮੇਰਾ ਕੰਮ ਖੋਲ੍ਹਣਾ ਚਾਹੁੰਦਾ ਵਾ, ਵੀ ਆਪਾਂ 3 ਜਣੇ ਮਿਲ ਕੇ ਕੰਮ ਖੋਲ੍ਹ ਸਕਦੇ ਹਾਂ। ਉਹ ਕਹਿੰਦੇ ਚਲੋ ਠੀਕ ਹੈ। ਅਸੀਂ 3 ਬੰਦੇ ਮਿਲ ਕੇ ਅਸੀਂ ਕੰਮ ਸ਼ੁਰੂ ਕਰ ਲਿਆ। ਅਸੀਂ ਦੁਕਾਨ ਲੱਭੀ, ਦੁਕਾਨ ਲੈ ਕੇ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਅਤੇ 2-3 ਮਹੀਨੇ ਬਾਅਦ ਹੀ ਉਹ ਜਿਹੜਾ ਪਾਰਟਨਰ ਮੇਰੇ ਘਰ ਆਇਆ ਸੀਗਾ ਬੰਦਾ, ਉਹ ਮੈਨੂੰ ਕਹਿਣ ਲੱਗ ਪਿਆ ਵੀ ਪੈਸਾ ਬਹੁਤ ਲੱਗ ਰਿਹਾ। ਪਹਿਲਾਂ ਤਾਂ ਕਹਿੰਦਾ ਸੀ ਬਹੁਤ ਪੈਸੇ ਆ, ਪਰ ਬਾਅਦ 'ਚੋਂ ਕਹਿੰਦਾ ਨਹੀਂ ਇੰਨੇ ਪੈਸੇ ਨਹੀਂ ਮੇਰੇ ਕੋਲ ਲੱਗਣੇ। ਉਹਨੇ ਕੁਛ ਮੇਰੇ ਪਾਰਟਨਰ ਨਾਲ ਵੀ ਝਗੜਾ ਕਰਨ ਲੱਗ ਪਿਆ। ਫਿਰ ਉਹ ਨਿਕਲ ਗਿਆ ਕੰਮ ਵਿੱਚੋਂ। ਪਰ ਅਸੀਂ ਹੌਲੀ ਫਿਰ ਮੈਂ ਕੰਮ ਅੱਗੇ ਵਧਾਉਂਦੇ ਰਹੇ, ਪਰ 8 ਮਹੀਨੇ ਇੱਦਾਂ ਲੱਗ ਗਏ ਕਿਉਂਕਿ ਮੈਨੂੰ ਵੀ ਫਾਈਨੈਂਸ਼ਲੀ ਮੇਰੀ ਵੀ ਪ੍ਰੋਬਲਮ ਸ਼ੁਰੂ ਹੋ ਗਈ, ਕਿਉਂਕਿ ਮੈਂ ਕੰਮ ਛੱਡ ਚੁੱਕਾ ਸੀਗਾ। ਸਾਰਾ ਧਿਆਨ ਦੁਕਾਨ 'ਤੇ ਸੀਗਾ। ਮੇਰਾ ਪਾਰਟਨਰ ਜਿਹੜਾ ਦੂਸਰਾ ਸੀਗਾ ਉਹ ਵੀ ਸਾਰਾ ਕੰਮ ਦੁਕਾਨ 'ਤੇ ਰੱਖ ਰਿਹਾ ਸੀ, ਕੋਈ ਇਨਕਮ ਸਾਡੇ ਕੋਲ। ਫਿਰ ਮੇਰਾ ਇੱਕ ਹੋਰ ਫਰੈਂਡ ਸੀਗਾ, ਉਹਨੇ ਮੇਰੀ ਮਦਦ ਕੀਤੀ ਔਰ ਅਸੀਂ ਥੋੜ੍ਹਾ ਬਹੁਤਾ ਕੰਮ ਸ਼ੁਰੂ ਕਰ ਦਿੱਤਾ। ਬਾਹਰ ਦੀ ਸਟਾਰਟਿੰਗ ਸ਼ੁਰੂ ਕਰਤੀ। ਕੰਮ ਹੌਲੀ ਚੱਲਣ ਲੱਗ ਪਿਆ। 26 ਜੂਨ ਨੂੰ ਅਸੀਂ ਓਪਨਿੰਗ ਕੀਤੀ। ਜਿਸ ਤਰ੍ਹਾਂ ਪੰਡਤਾਂ ਨੂੰ ਪੁੱਛ ਕੇ ਜਾਂ ਮੈਂ ਆਪਣੀ ਕੁਰਾਨ ਦੀ ਆਇਤਾਂ ਪੜ੍ਹ ਕੇ ਅਸੀਂ ਆਪਣੀ ਦੁਕਾਨ ਦੀ ਓਪਨਿੰਗ ਕੀਤੀ ਔਰ ਦੁਕਾਨ ਚੱਲਣ ਲੱਗ ਪਈ। ਅਗਸਤ ਦਾ ਮਹੀਨਾ ਆਇਆ, 18 ਅਗਸਤ ਦਾ ਦਿਨ ਸੀਗਾ ਵੀ ਸਾਡੇ ਦੇ ਮਾਫੀਆ ਨੇ ਆ ਕੇ ਕਬਜ਼ਾ ਕਰ ਲਿਆ ਦੁਕਾਨ 'ਤੇ। ਉੱਥੇ ਉਸ ਦਿਨ ਮੇਰਾ ਪਾਰਟਨਰ ਉੱਥੇ ਨਹੀਂ ਸੀਗਾ ਔਰ ਉੱਥੇ ਮੇਰੀ ਵਾਈਫ, ਮੇਰਾ ਬੇਟਾ ਔਰ ਮੈਂ ਔਰ ਮੇਰਾ ਇੱਕ ਦੋਸਤ ਮਿਲਣ ਆਇਆ ਸੀ, ਉਹ ਸੀਗੇ ਅਸੀਂ ਉੱਥੇ ਦੁਕਾਨ 'ਤੇ। ਉਹ ਹੋਰ ਕੋਈ ਨਹੀਂ ਸੀਗਾ। ਅਤੇ ਉਹਨਾਂ ਨੇ ਆ ਕੇ ਮੇਰੀ ਵਾਈਫ ਨੂੰ ਅਤੇ ਮੇਰੇ ਬੇਟੇ ਨੂੰ ਦੁਕਾਨ ਦੇ ਅੰਦਰ ਬੰਦ ਕਰ ਦਿੱਤਾ ਔਰ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਮੈਨੂੰ ਔਰ ਮੇਰੇ ਦੋਸਤ ਨੂੰ ਬਾਹਰ ਬਿਠਾ ਲਿਆ ਔਰ ਮੇਰੇ ਕੋਲੋਂ 25,000 ਯੂਰੋ ਮੰਗ ਲਿਆ ਉਹਨਾਂ ਨੂੰ ਛੱਡਣ ਵਾਸਤੇ। ਉਹ ਕਹਿੰਦੇ ਜਾਂ ਤਾਂ 25,000 ਯੂਰੋ ਦੇ ਦਿਓ ਜਾਂ ਦੁਕਾਨ ਸਾਡੀ ਹੋ ਗਈ, ਸਾਡਾ ਕਬਜ਼ਾ ਹੋ ਗਿਆ, ਦੁਕਾਨ ਸਾਨੂੰ ਦੇ ਦਿਓ। ਫਿਰ ਮੈਂ ਬੜੀ ਉੱਥੇ ਆਪਣੇ ਜਿਸ ਤਰ੍ਹਾਂ ਕੁਰਾਨ ਦੀਆਂ ਆਇਤਾਂ ਪੜ੍ਹਦਾ ਸੀ। ਮੇਰੀ ਵਾਈਫ ਸਾਈਂ ਬਾਬੇ ਨੂੰ ਮੰਨਦੀ ਸੀਗੀ, ਉਹਨੇ ਵੀ ਆਪਣੀ ਪ੍ਰੇਅਰ ਅੰਦਰ ਕਰ ਰਹੀ ਸੀਗੀ। ਪਰ ਉਹਨਾਂ ਨੇ 1 ਘੰਟੇ 1.5 ਘੰਟੇ ਬਾਅਦ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ। ਉਹਨਾਂ ਨੇ ਸਾਨੂੰ ਗੱਡੀ ਦੀ ਚਾਬੀ ਦੇ ਦਿੱਤੀ ਔਰ ਕਹਿੰਦੇ ਜਾ ਆਪਣੇ ਬੱਚੇ ਲੈ ਜਾ, ਦੁਕਾਨ 'ਤੇ ਕਬਜ਼ਾ ਸਾਡਾ ਹੋ ਗਿਆ। ਅਸੀਂ ਉੱਥੋਂ ਕਿਸੇ ਨਾ ਕਿਸੇ ਤਰੀਕੇ ਨਿਕਲ ਗਏ। ਮੇਰਾ ਪਾਰਟਨਰ ਵੀ ਉੱਥੇ ਆ ਗਿਆ। ਅਸੀਂ ਇੱਕ ਦੋਸਤ ਦੇ ਘਰ ਮਿਲੇ। ਫਿਰ ਉੱਥੋਂ ਬਾਅਦ ਅਸੀਂ ਪੁਲਿਸ ਸਟੇਸ਼ਨ ਚਲੇ ਗਏ। ਉੱਥੇ ਰਿਪੋਰਟ ਕੀਤੀ। ਪੁਲਿਸ ਵਾਲੇ ਸਾਨੂੰ ਕਹਿੰਦੇ ਵੀ ਤੁਹਾਨੂੰ ਪਤਾ ਨਹੀਂ ਸੀ ਵੀ ਏਰੀਆ ਸਹੀ ਨਹੀਂ ਹੈਗਾ, ਵੀ ਇਸ ਏਰੀਏ ਤਾਂ ਹਾਲਾਤ ਠੀਕ ਨਹੀਂ ਹੈਗੇ, ਤੁਸੀਂ ਦੁਕਾਨ ਕਿਉਂ ਖੋਲ੍ਹੀ। ਪਰ ਸਾਨੂੰ ਤਾਂ ਇਸ ਏਰੀਏ ਬਾਰੇ ਪਤਾ ਨਹੀਂ ਸੀ ਇੰਨਾ, ਪਰ ਫਿਰ ਵੀ ਸਾਨੂੰ ਮੇਰਾ ਇੱਕ ਦੋਸਤ ਸੀਗਾ, ਉਹ ਲੈ ਕੇ ਆਇਆ ਸੀ ਇਸ ਏਰੀਏ ਦੇ ਵਿੱਚ ਸੀਗਾ ਰੋਮ 'ਤੇ, ਪਰ ਰੋਮ 'ਤੇ ਦੂਸਰੀ ਸਾਈਡ ਸੀਗਾ। ਉਹਨਾਂ ਨੇ ਸਾਡੀ ਰਿਪੋਰਟ ਲਿਖੀ, ਉਹ ਸਾਡੇ ਨਾਲ ਆਏ ਦੁਕਾਨ 'ਤੇ, ਪਰ ਦੁਕਾਨ ਬੰਦ ਕਰਕੇ ਉਹ ਚਲੇ ਗਏ ਸੀਗੇ ਅਤੇ ਮਾਫੀਆ ਵਾਲੇ। ਅਤੇ ਦੂਸਰੇ ਦਿਨ ਉਹਨਾਂ ਨੇ ਦੁਕਾਨ ਓਪਨਿੰਗ ਕੀਤੀ ਅਤੇ ਉਹਨਾਂ ਨੇ ਸਾਰਿਆਂ ਨੂੰ ਸਮਾਨ ਵੰਡਣਾ ਸ਼ੁਰੂ ਕਰ ਦਿੱਤਾ। ਮਾਫੀਆ ਵਾਲਿਆਂ ਨੇ, ਸਾਰੇ ਬੰਦਿਆਂ ਨੇ, ਉਹਨਾਂ ਨੇ ਉੱਥੇ ਬਹਿ ਕੇ ਖਾਂਦੇ ਪੀਂਦੇ ਸੀ। ਉੱਥੇ ਪੁਲਿਸ ਨੇ ਆ ਕੇ ਉਹਨਾਂ ਨੂੰ ਅਰੈਸਟ ਕਰ ਲਿਆ। ਫਿਰ ਉਸਨੇ ਸਾਨੂੰ ਚਾਬੀਆਂ ਬੁਲਾਇਆ ਪੁਲਿਸ ਸਟੇਸ਼ਨ ਔਰ ਸਾਨੂੰ ਚਾਬੀਆਂ ਦੇ ਦਿੱਤੀਆਂ ਦੁਕਾਨ ਦੀਆਂ। ਪਰ ਸਾਨੂੰ ਉਹਨਾਂ ਨੇ ਵਾਰਨ ਕਰ ਦਿੱਤਾ ਵੀ ਤੁਸੀਂ ਇਸ ਵੇਲੇ ਦੁਕਾਨ 'ਤੇ ਨਹੀਂ ਜਾਣਾ, ਕਿਉਂਕਿ ਇਸ ਵੇਲੇ ਤੁਹਾਨੂੰ ਖਤਰਾ ਹੈ, ਉੱਥੇ ਤੁਹਾਨੂੰ ਕੋਈ ਵੀ ਕੁਛ ਕਰ ਸਕਦਾ ਹੈ। ਕਿਉਂਕਿ ਉਹ ਕਾਫੀ ਹੀ ਉਹਨਾਂ ਦਾ ਵੱਡਾ ਗੈਂਗ ਸੀਗਾ, 120-25 ਬੰਦਿਆਂ ਦਾ, ਜੋ ਸਾਨੂੰ ਸ਼ਾਇਦ ਲੱਭ ਵੀ ਰਹੇ ਸੀਗੇ। ਉਹਨਾਂ ਦੇ ਬ੍ਰਦਰ, ਉਹਦੇ ਹੋਰ ਵੀ ਰਿਲੇਟਿਵ ਜੋ ਵੀ ਸੀਗੇ, ਉਹ ਸਾਨੂੰ ਲੱਭਦੇ ਸੀਗੇ। ਫਿਰ ਅਸੀਂ ਘਰ ਆ ਗਏ।
ਘਰੇ 15-20 ਦਿਨ ਇੱਦਾਂ ਹੀ ਬੈਠੇ ਰਹੇ। ਕੋਰਟ ਕੇਸ ਚੱਲਦਾ ਰਿਹਾ ਸਾਡਾ। ਅੱਗੇ ਫਿਰ ਕੋਰਟ 'ਚ ਚਲਾ ਗਿਆ ਕੇਸ ਸਾਡਾ। ਕੋਰਟ ਵਿੱਚ ਜਦੋਂ ਫਿਰ ਸਾਨੂੰ ਇਹ ਸੁਰਿੰਦਰ ਕੌਰ ਦੀਦੀ ਅਮਰੀਕਾ ਮੇਰੇ ਰਹਿੰਦੇ ਨੇ, ਉਹਨਾਂ ਦਾ ਫੋਨ ਆਇਆ। ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਦੀਦੀ ਇਸ ਤਰ੍ਹਾਂ ਹੋ ਗਿਆ ਮੇਰਾ ਕੰਮ ਦਾ। ਵੀ ਉਹਨਾਂ ਨੇ ਕਿਹਾ ਵੀ ਪਰਮੇਸ਼ਵਰ ਅੱਗੇ ਫਰਿਆਦ ਕਰਦੇ ਹਾਂ। ਮੈਂ ਕਿਹਾ ਵੀ ਮੈਂ ਪਰਮੇਸ਼ਵਰ ਦੇ ਅੱਗੇ ਚਲੋ, ਮੈਂ ਕਿਹਾ ਠੀਕ ਹੈ ਜੀ। ਜਿਸ ਤਰ੍ਹਾਂ ਉਹ ਹੁਣ ਮੈਂ ਦੱਸਿਆ ਵੀ ਮੈਂ ਕੁਰਾਨ 'ਤੇ ਜ਼ਿਆਦਾ ਵਿਸ਼ਵਾਸ, ਅੱਲਾ 'ਤੇ ਵਿਸ਼ਵਾਸ ਕਰਦਾ ਸੀਗਾ, ਅਤੇ ਮੈਂ ਜੀਸਸ 'ਤੇ ਇੰਨਾ ਨਹੀਂ ਮੰਨਦਾ ਸੀਗਾ। ਪਰ ਫਿਰ ਵੀ ਮੈਂ ਦੀਦੀ ਦੇ ਨਾਲ ਪ੍ਰੇਅਰ ਕੀਤੀ। ਉਹਨਾਂ ਨੇ ਮੇਰੀ ਪ੍ਰੇਅਰ ਕੀਤੀ ਸਾਰਿਆਂ ਨੇ। ਫਿਰ ਪਾਸਟਰ ਜੀ ਨਾਲ ਮੇਰੀ ਗੱਲਬਾਤ ਕਰਾਈ, ਮੈਂ ਉਹਨਾਂ ਨਾਲ ਪ੍ਰੇਅਰ ਕੀਤੀ। ਪਰ ਜਿਸ ਤਰ੍ਹਾਂ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ, ਜਦੋਂ ਮੈਂ ਘਰ ਵਿਹਲਾ 15 ਦਿਨ ਅਸੀਂ ਘਰ ਬੈਠੇ ਰਹੇ, ਮੇਰੇ ਕੋਲ ਕੋਈ ਕੰਮ ਨਹੀਂ ਸੀਗਾ। ਮੈਂ ਹਫਤੇ 'ਚ ਹੀ ਦੁਕਾਨ ਜਾਣ ਲੱਗ ਪਿਆ ਆਪਣੇ ਜਿੱਥੇ ਮੈਂ ਪਹਿਲਾਂ ਕੰਮ ਕਰਦਾ ਸੀਗਾ। ਮੈਂ ਉੱਥੇ 2 ਦਿਨ ਲਈ ਮੈਨੂੰ ਬੁਲਾਉਣ ਲੱਗ ਪਏ ਕੰਮ 'ਤੇ ਵੀ 2 ਦਿਨ ਲਈ ਸਾਡੇ ਆ ਜਾ, ਸੈਚਰਡੇ ਸੰਡੇ ਜਾਂ ਫਰਾਈਡੇ ਸੈਚਰਡੇ ਸੰਡੇ ਆ ਜਾ ਕਰ, ਵੀ ਸਾਡੇ ਕੋਲ ਦਿਨ ਕੰਮ ਕਰ ਲੈ ਜਦ ਤੱਕ ਤੂੰ ਘਰ ਬੈਠਾ ਦੁਕਾਨ ਦਾ ਤੇਰਾ ਨਹੀਂ ਹੱਲ ਹੁੰਦਾ। ਅਤੇ ਮੈਂ ਫਿਰ ਆਇਤਾਂ ਪੜ੍ਹਨੀਆਂ, ਉਹੀ ਦੁਆਵਾਂ ਕਰਨੀਆਂ ਅੱਲਾ ਦੇ ਅੱਗੇ। ਕਿਸੇ ਨੇ ਕੋਈ ਮੈਨੂੰ ਫ਼ਰਕ ਨਹੀਂ ਦਿਖਿਆ, ਕੋਈ ਮੇਰੀ ਫਰਿਆਦ ਨਹੀਂ ਸੁਣ ਰਿਹਾ ਸੀ, ਕੁਛ ਨਹੀਂ ਸਮਝ ਆ ਰਿਹਾ ਸੀ। ਅਤੇ ਮੈਂ ਫਿਰ ਦੀਦੀ ਨੇ ਮੈਨੂੰ ਫੋਨ ਕੀਤਾ ਵੀ ਸੋਨੂੰ ਕਿੱਦਾਂ। ਮੈਂ ਕਿਹਾ ਵੀ ਦੀਦੀ ਵੀ ਮੇਰੀ ਕੁਛ ਹੱਲ ਨਹੀਂ ਹੋ ਰਿਹਾ। ਵੀ ਕਹਿੰਦੇ ਵੀ ਤੂੰ ਇੱਦਾਂ ਕਰ ਵੀ ਮਾਸਟਰ ਜੀ ਨਾਲ ਮੈਂ ਗੱਲ ਕਰਾਉਂਦੀ ਹਾਂ, ਜਤਿੰਦਰ ਗਿੱਲ ਜੀ ਨਾਲ। ਫਿਰ ਇਹਨਾਂ ਨੇ ਮੇਰੀ ਦੀਦੀ ਨੇ ਜਤਿੰਦਰ ਗਿੱਲ ਜੀ ਨਾਲ ਮੇਰੀ ਗੱਲ ਕਰਵਾਈ। ਉਹਨਾਂ ਨੇ ਸਾਡੇ ਲਈ ਦੁਆਵਾਂ ਕੀਤੀਆਂ, ਬੜਾ ਕੁਛ ਕੀਤਾ। ਫਿਰ ਮੈਂ ਜਿੱਦਾਂ ਤਰੀਕ ਆ ਰਹੀ ਸੀਗੀ, ਰੋਜੀ ਸਿਸਟਰ ਜੀ ਨੇ ਸਾਡੇ ਲਈ ਪ੍ਰੇਅਰ ਕੀਤੀ। ਮੇਰੀ ਸਿਸਟਰ ਪਰਮਜੀਤ ਸੰਧੂ, ਉਹਨੇ ਮੇਰੇ ਲਈ ਪ੍ਰੇਅਰ ਕੀਤੀ। ਮੇਰੇ ਮਾਸੜ ਜੀ ਆ ਇੰਡੀਆ ਤੋਂ, ਉਹ ਵੀ ਪਾਸਟਰ ਨੇ, ਮਹਿੰਦਰਪਾਲ ਜੀ, ਉਹਨਾਂ ਨੇ ਮੇਰੇ ਲਈ ਪ੍ਰੇਅਰ ਕੀਤੀ। ਇਸ ਤਰ੍ਹਾਂ ਪਰਮੇਸ਼ਵਰ ਨੇ ਨਾ ਮੇਰੇ ਲਈ ਇੱਕ ਸਾਰਿਆਂ ਨੂੰ ਇਕੱਠੇ ਕਰ ਦਿੱਤਾ ਵੀ ਇਹ ਦੁੱਖ ਦੇ ਵਿੱਚ। ਵੀ ਮੈਂ ਹੈਰਾਨ ਹੋ ਗਿਆ ਵੀ ਮੈਂ ਜਿਹਦੇ ਅੱਗੇ ਮੈਂ ਜਿਸ ਕੁਰਾਨ ਨੂੰ ਮੈਂ ਪੜ੍ਹਦਾ ਸੀ, ਆਇਤਾਂ ਨੂੰ ਪੜ੍ਹਦਾ ਸੀ, ਮੈਂ ਉਹਨੂੰ ਸਭ ਕੁਛ ਮੰਨਦਾ ਸੀ। ਉਸ ਵੇਲੇ ਮੈਨੂੰ ਕਿਸੇ ਨੇ ਕੁਛ ਨਹੀਂ ਦਿੱਤਾ, ਨਾ ਮੈਨੂੰ ਕੋਈ ਰੋਟੀ ਦਾ ਵੀ ਹੱਲ ਨਹੀਂ ਸੀ ਹੋ ਰਿਹਾ, ਖਾਣ ਪੀਣ ਤੋਂ ਵੀ ਥੋੜ੍ਹੇ ਤੰਗ ਹੋ ਗਏ, ਖਰਚਾ ਨਹੀਂ ਸੀ ਕੋਲ, ਅਤੇ ਕੰਮ ਦਾ ਵੀ ਕੋਈ ਹੱਲ ਨਹੀਂ ਸੀਗਾ ਹੋ ਰਿਹਾ। ਫਿਰ ਜਿਸ ਦਿਨ ਤੋਂ ਮੇਰੀ ਪਰਮੇਸ਼ਵਰ ਦੇ ਅੱਗੇ ਪ੍ਰੇਅਰ ਹੋਣ ਲੱਗ ਪਈ, ਵੀ ਮੈਨੂੰ 2-3 ਦਿਨ ਉਹਨਾਂ ਨੇ ਕੰਮ 'ਤੇ ਸੱਦਣ ਲੱਗ ਪਏ। ਮੇਰਾ ਖਰਚਾ ਚੱਲਣ ਲੱਗ ਪਿਆ, ਘਰ ਦਾ ਕਿਰਾਇਆ ਥੋੜ੍ਹਾ ਬਹੁਤਾ ਦੇਣ ਲੱਗ ਪਿਆ, ਮੇਰਾ ਗੁਜ਼ਾਰਾ ਚੱਲਣ ਲੱਗ ਪਿਆ। ਫਿਰ ਮੇਰੇ ਘਰ ਦੇ ਵਿੱਚ ਮੇਰੇ ਬੇਟੇ ਨੂੰ ਮਨ ਦੇ ਵਿੱਚ ਖੌਫ ਪਿਆ ਸੀ, ਔਰ ਮੇਰੀ ਵਾਈਫ ਵੀ ਡਰੇ ਹੋਏ ਸੀਗੇ ਵੀ ਤੂੰ ਕੰਮ ਤੋਂ ਰਾਤ ਨੂੰ ਆਉਂਦੇ ਆ, ਵੀ ਤੁਹਾਨੂੰ ਰਾਤ ਨੂੰ 2 ਵਜੇ 3 ਵਜੇ ਮੈਂ ਰਾਤ ਨੂੰ ਕੰਮ ਤੋਂ ਆਉਂਦਾ ਸੀ, ਡਰਦੇ ਸੀਗੇ ਵੀ ਤੁਸੀਂ ਕਿਉਂ ਸਾਨੂੰ ਕੋਈ ਘੇਰ ਨਾ ਲਵੇ, ਸਾਨੂੰ ਕੋਈ ਪਿੱਛੇ ਆ ਨਾ ਜਾਵੇ। ਵੀ ਕਹਿੰਦੇ ਵੀ ਅਸੀਂ ਇਟਲੀ ਨਹੀਂ ਰਹਿਣਾ ਚਾਹੁੰਦੇ। ਫਿਰ ਮੈਂ ਸਿਸਟਰ ਸੁਰਿੰਦਰ ਕੌਰ ਜੀ ਨਾਲ ਗੱਲ ਕੀਤੀ। ਫਿਰ ਇਹਨਾਂ ਨੇ ਸਾਡੀ ਪਰਮੇਸ਼ਵਰ ਦੇ ਅੱਗੇ ਪ੍ਰੇਅਰ ਕੀਤੀ ਵੀ ਪਰਮੇਸ਼ਵਰ ਇਹਨਾਂ ਨੂੰ ਉੱਥੋਂ ਕੱਢੋ। ਫਿਰ ਪਾਸਟਰ ਜੀ ਜਤਿੰਦਰ ਗਿੱਲ ਜੀ ਨੇ ਵੀ ਸਾਡੇ ਲਈ ਪ੍ਰੇਅਰ ਕੀਤੀ, ਰੋਜੀ ਸਿਸਟਰ ਜੀ ਨੇ ਸਾਡੇ ਲਈ ਪ੍ਰੇਅਰ ਕੀਤੀ, ਪਰਮਜੀਤ ਸੰਧੂ ਮੇਰੀ ਸਿਸਟਰ, ਉਹਨਾਂ ਨੇ ਵੀ ਮੇਰੇ ਲਈ ਪ੍ਰੇਅਰ ਕੀਤੀ, ਮਾਸੜ ਜੀ ਮਹਿੰਦਰਪਾਲ ਜੀ, ਉਹਨਾਂ ਨੇ ਮੇਰੇ ਲਈ ਪ੍ਰੇਅਰ ਕੀਤੀ। ਔਰ ਅਸੀਂ ਉੱਥੋਂ ਮੇਰੇ ਕਜ਼ਨ ਦਾ ਫੋਨ ਆਇਆ ਮੈਨੂੰ ਇੱਕ ਦਿਨ ਜਰਮਨ ਤੋਂ, ਵੀ ਉਹ ਕਹਿੰਦੇ ਵੀ ਮੈਂ ਉਹਨੂੰ ਆਪਣੀ ਸਾਰੀ ਗੱਲਬਾਤ ਦੱਸੀ, ਅਤੇ ਉਹਨੂੰ ਮੈਂ ਕਿਹਾ ਵੀ ਮੇਰੇ ਕੋਲ ਪੈਸੇ ਵੀ ਨਹੀਂ ਹੈਗੇ ਆਉਣ ਵਾਸਤੇ, ਅਤੇ ਉਹਨੇ ਮੈਨੂੰ ਪੈਸੇ ਵੀ ਭੇਜੇ, ਟਿਕਟ ਭੇਜੀ। ਔਰ ਉਹ ਕਹਿੰਦਾ ਵੀ ਤੂੰ ਕਿਸੇ ਨੇ ਇੱਥੋਂ ਆ ਜਾ, ਵੀ ਇੱਥੇ ਮੇਰੇ ਕੋਲ ਜਗ੍ਹਾ ਹੈਗੀ, ਤੂੰ ਮੇਰੇ ਕੋਲ ਆ ਜਾ ਜਰਮਨ, ਛੱਡ ਦੇ ਇਟਲੀ। ਵੀ ਇੱਦਾਂ ਦੇ ਇਲਾਕੇ 'ਚ ਆਪਾਂ ਹੁਣ ਰਹਿਣਾ ਜਿਸ ਜਿੱਥੇ ਡਰ ਹੋਵੇ, ਕਿਉਂਕਿ ਬੇਟੇ ਨੇ ਮਨ ਦੇ ਵਿੱਚ ਖੌਫ ਪੈ ਗਿਆ ਸੀ। ਸਕੂਲ ਜਾਣ ਲੱਗੇ ਵੀ ਡਰਦੇ ਸੀ, ਇਕੱਲੇ ਸਕੂਲ ਨਹੀਂ ਜਾ ਪਾਉਂਦੇ ਸੀ, ਉਹਨੂੰ ਆਪ ਛੱਡ ਕੇ ਜਾਣਾ ਪੈਂਦਾ ਸੀਗਾ, ਰਾਸ ਵੀ ਡਰ ਰਹਿੰਦਾ ਸੀ ਹਰ ਵੇਲੇ। ਅਤੇ ਫਿਰ ਅਸੀਂ ਇਹ ਵਿਚਾਰ ਬਣਾਇਆ ਵੀ ਅਸੀਂ ਸ਼ੀਕਾ ਜਰਮਨ ਚੱਲਦੇ ਹਾਂ। ਪਰਮੇਸ਼ਵਰ ਦੇ ਅੱਗੇ ਫਰਿਆਦ ਕੀਤੀ ਵੀ ਪਰਮੇਸ਼ਵਰ ਸਾਨੂੰ ਇੱਥੋਂ ਕੱਢੋ। ਸੁਰਿੰਦਰ ਕੌਰ ਦੀਦੀ ਨੇ ਵੀ ਫਰਿਆਦ ਕੀਤੀ, ਪਾਸਟਰ ਜੀ ਜਤਿੰਦਰ ਗਿੱਲ ਜੀ ਨੇ ਫਰਿਆਦ ਕੀਤੀ, ਸਾਡੇ ਲਈ ਪ੍ਰੇਅਰ ਕੀਤੀ ਇਹਨਾਂ ਨੇ ਸਾਡੇ ਲਈ। ਵੀ ਅਸੀਂ ਬੜੀ ਮੁਸ਼ਕਲ ਨਾਲ, ਸਾਨੂੰ ਏਅਰਪੋਰਟ 'ਤੇ ਜਾਣ ਨੂੰ ਵੀ ਡਰ ਲੱਗਦਾ ਸੀ, ਸਟੇਸ਼ਨ 'ਤੇ ਜਾਂਦੇ, ਬਾਈ ਟ੍ਰੇਨ ਜਾਂਦੇ ਤਾਂ ਵੀ ਡਰ ਲੱਗਦਾ ਸੀ, ਕਿਉਂਕਿ ਇਹਨਾਂ ਦੇ ਬੰਦੇ ਬਹੁਤ ਘੁੰਮਦੇ ਸੀਗੇ, ਕੋਈ ਬਹੁਤ ਵੱਡਾ ਮਾਫੀਆ ਸੀ, ਨੋਰਮਲ ਮਾਫੀਆ ਨਹੀਂ ਸੀਗਾ। ਫਿਰ ਅਸੀਂ ਸਵੇਰ ਨੂੰ ਅਰਲੀ, ਸਾਨੂੰ ਇੱਕ ਬੱਸ ਦੀ ਟਿਕਟ, ਅਸੀਂ ਬੱਸ ਦਾ ਪਤਾ ਕੀਤਾ ਵੀ ਜਿਹੜੀ ਅਰਲੀ ਨਿਕਲਦੀ ਸੀਗੀ। ਫਿਰ ਅਸੀਂ ਅਰਲੀ ਸਵੇਰੇ ਅਸੀਂ ਬਾਈ ਬੱਸ ਜਰਮਨ ਦੇ ਵਿੱਚ ਆਏ। ਜਰਮਨ ਜਦੋਂ ਆਏ ਹਾਂ, ਜਦੋਂ ਮਨ ਤਾਂ ਬਹੁਤ ਖਰਾਬ ਹੁੰਦਾ ਵੀ 22-23 ਸਾਲ ਅਸੀਂ ਇਟਲੀ ਦੇ ਵਿੱਚ ਰਹੇ ਹਾਂ, ਬੜਾ ਸਾਰੀ ਜ਼ਿੰਦਗੀ ਆਪਣੀ ਉੱਥੇ ਗਾਲ ਦਿੱਤੀ, 22 ਸਾਲ 23 ਸਾਲ ਆਪਣਾ ਉੱਥੇ ਲਗਾਏ ਸੀਗੇ। ਪਰ ਕੀ ਕਰੀਏ, ਮਜਬੂਰੀ ਸੀਗੀ, ਉੱਥੋਂ ਨਿਕਲਣਾ ਖੌਫ ਸੀਗਾ ਸਾਡੇ ਮਨ ਦੇ ਵਿੱਚ ਬਹੁਤ ਉਹਨਾਂ ਦਾ ਪੈ ਗਿਆ, ਕਿਉਂਕਿ ਉਹ ਸਾਨੂੰ ਲੱਭਦੇ ਸੀਗੇ। ਮੇਰੇ ਪਾਰਟਨਰ ਨੂੰ ਇੰਨਾ ਨਹੀਂ ਸੀਗਾ ਡਰ, ਕਿਉਂਕਿ ਜੋ ਵੀ ਉੱਥੇ ਜਿਹੜਾ ਵੀ ਜਿੰਨੀ ਵੀ ਕੇਸ ਹੋਇਆ ਉਹ ਸਾਡੇ ਵੱਲੋਂ ਹੋਇਆ ਸੀ, ਕਿਉਂਕਿ ਮੈਂ ਐਜ਼ ਏ ਪ੍ਰੈਜ਼ੈਂਟ ਉੱਥੇ ਅਸੀਂ ਸੀਗੇ, ਮੇਰੀ ਫੈਮਿਲੀ ਸੀਗੀ, ਇਸ ਕਰਕੇ ਉਹ ਸਾਨੂੰ ਜ਼ਿਆਦਾ ਲੱਭਦੇ ਸੀਗੇ। ਵੀ ਫਿਰ ਅਸੀਂ ਉੱਥੋਂ ਨਿਕਲ ਕੇ ਇੱਥੇ ਜਰਮਨ ਆਏ, ਆ ਕੇ ਇੱਥੇ ਮੇਰੇ ਆਪਣੇ ਕਜ਼ਨ ਕੋਲ ਆ ਗਿਆ, ਇਹਨਾਂ ਨੇ ਮੈਨੂੰ ਆਪਣੇ ਕੋਲ ਰੱਖਿਆ। ਔਰ ਮੈਂ ਧੰਨਵਾਦ ਕਰਦਾ ਇਹਨਾਂ ਦਾ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਰੱਖਿਆ, ਬੁਲਾਇਆ, ਕੰਮ 'ਤੇ ਲਵਾਇਆ। ਅਤੇ
ਪਰ ਲੇਕਿਨ ਜਦੋਂ ਕੰਮ 'ਤੇ ਲੱਗੇ ਤਾਂ ਸਾਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਸਾਨੂੰ ਕੰਮ 'ਤੇ ਲੱਗਣ ਤੋਂ ਪਹਿਲਾਂ, ਕਿਉਂਕਿ ਸਾਡੇ ਕੋਲ ਯੂਰਪ ਦਾ ਵੀ ਪੇਪਰ ਹੋਣ ਕਰਕੇ ਅਸੀਂ ਕਿਤੇ ਵੀ ਜਾ ਸਕਦੇ ਹਾਂ, ਪਰ ਕੰਮ ਕਰਨ ਵਾਸਤੇ ਪਰਮਿਸ਼ਨ ਦੀ ਲੋੜ ਸੀਗੀ। ਅਤੇ ਅਸੀਂ ਪਰਮਿਸ਼ਨ ਤੋਂ ਬਿਨਾਂ ਹੀ ਇੱਥੇ ਕੰਮ ਕਰਨ ਲੱਗ ਪਏ। ਜਿਸ ਫੈਕਟਰੀ ਦੇ ਵਿੱਚ ਮੈਂ ਹੁਣ ਕੰਮ ਕਰ ਰਿਹਾ ਵਾਂ, ਉਹਨਾਂ ਨੂੰ ਵੀ ਇਹ ਨਹੀਂ ਸੀ ਪਤਾ ਵੀ ਪਰਮਿਸ਼ਨ ਲੈਣੀ ਪੈਣੀ ਆ। ਵੀ ਉਹ ਸੋਚਦੇ ਸੀ ਵੀ ਵੇਖੋ ਯੂਰਪ ਦੇ ਪੇਪਰ ਆ, ਲਾਈਫ ਟਾਈਮ ਦੇ ਪੇਪਰ ਆ, ਵੀ ਇਹਨੂੰ ਇੱਦਾਂ ਪਰਮਿਸ਼ਨ ਤੋਂ ਬਿਨਾਂ ਹੀ ਕੰਮ ਕਰਨਾ ਪੈਣਾ। ਪਰ ਲੇਕਿਨ ਪਰਮਿਸ਼ਨ ਦੀ ਲੋੜ ਸੀ। ਜਦੋਂ 2 ਮਹੀਨੇ ਮੈਨੂੰ ਕੰਮ ਕਰਦੇ ਨੂੰ ਹੋ ਗਏ ਤਾਂ ਮੈਨੂੰ ਚਿੱਠੀ ਆਈ ਇਹਨਾਂ ਦਾ, ਫੋਨ ਆਇਆ ਵੀ ਮੇਰੇ ਫੈਕਟਰੀ ਦੇ ਵਿੱਚ ਵੀ ਇਹ ਬੰਦਾ ਤੁਹਾਡੇ ਕੋਲ ਕੰਮ ਕਰ ਰਿਹਾ, ਵੀ ਬਿਨਾਂ ਪਰਮਿਸ਼ਨ ਤੋਂ ਕਿੱਦਾਂ ਕੰਮ ਕਰ ਰਿਹਾ, ਇਹਨਾਂ ਨੇ ਪਰਮਿਸ਼ਨ ਤਾਂ ਲਈ ਨਹੀਂ, ਇਹ ਕੰਮ ਕਿਉਂ ਕਰ ਰਿਹਾ, ਇਹਨੂੰ ਘਰੇ ਬਿਠਾਓ। ਅਤੇ ਉਹਨਾਂ ਨੇ ਮੈਨੂੰ ਘਰੇ ਬਿਠਾ ਦਿੱਤਾ 15। ਮੈਂ ਫਿਰ ਸੁਰਿੰਦਰ ਕੌਰ ਦੀਦੀ ਨਾਲ ਫੋਨ 'ਤੇ ਗੱਲਬਾਤ ਕੀਤੀ। ਮੈਨੂੰ ਦੀਦੀ ਕਹਿੰਦੇ ਵੀ ਕਾਫੀ ਦਿਨਾਂ ਬਾਅਦ ਇਹਨਾਂ ਨਾਲ ਮੈਂ ਗੱਲ ਕੀਤੀ, ਕਿਉਂਕਿ ਮੇਰੀ ਇੰਨੀ ਗੱਲਬਾਤ ਹੁੰਦੀ ਨਹੀਂ ਸੀ, ਕੰਮ 'ਤੇ ਰਹਿੰਦੇ ਸੀ ਹਰ ਵੇਲੇ, ਔਰ ਜ਼ਿਆਦਾਤਰ ਬਾਹਰ ਰਹਿੰਦੇ ਸੀ ਜਦੋਂ ਵੀ ਇਹ ਫੋਨ ਕਰਦੇ ਸੀਗੇ ਮੇਰੀ ਸਿਸਟਰ, ਕਿਉਂਕਿ ਮੇਰੇ ਕੋਲ ਹਜੇ ਇੰਨਾ ਆ ਕੇ ਫੋਨ ਵੀ ਨਹੀਂ ਲਏ ਸੀਗੇ, ਅਸੀਂ ਨਵੇਂ ਨੰਬਰ ਨਹੀਂ ਸੀ ਲਏ, ਕੁਛ ਵੀ ਨਹੀਂ ਸੀ ਕੀਤਾ, ਵੀ ਸਾਨੂੰ ਹਜੇ ਸਾਡੇ ਕੋਲ ਇੰਨਾ ਕੁਛ ਹੈ ਨਹੀਂ ਸੀਗਾ। ਅਤੇ ਦੀਦੀ ਨੇ ਫਿਰ ਸਾਨੂੰ ਫੋਨ 'ਤੇ ਕਿਹਾ ਵੀ ਤੁਹਾਨੂੰ, ਮੈਂ ਕਿਹਾ ਦੀਦੀ ਵੀ ਇਸ ਤਰ੍ਹਾਂ ਹੋ ਗਿਆ ਵੀ ਮੈਨੂੰ 15 ਉਹਨੇ ਘਰੇ ਬਿਠਾ ਦਿੱਤਾ ਵਾ ਕੰਮ ਤੋਂ, ਵੀ ਹੁਣ ਸ਼ਾਇਦ ਸਾਨੂੰ ਉਹ ਇੱਥੇ ਕੰਟਰੀ ਆਊਟ ਕਰਨ ਨੂੰ ਕਹਿ ਦੇਣਗੇ, ਵੀ ਕਿਉਂਕਿ ਮੈਂ ਬਿਨਾਂ ਪਰਮਿਟ ਤੋਂ ਕੰਮ ਇੱਥੇ ਕਰ ਰਿਹਾ ਸੀਗਾ। ਅਤੇ ਉਹ ਕਹਿੰਦੇ ਦੀਦੀ ਕਹਿੰਦੇ ਤੂੰ ਡਰਨਾ, ਪਰਮੇਸ਼ਵਰ ਹੈਗਾ, ਉਹਨਾਂ ਨੇ ਤੇਰੀ ਅੱਗੇ ਫਰਿਆਦ ਕਰਾਂਗੇ ਵੀ ਇਹ ਤੈਨੂੰ ਵਾਪਸ ਨਹੀਂ ਜਾਣ ਦੇਣਗੇ ਇੱਥੇ, ਕਿਉਂਕਿ ਜੇ ਮੈਨੂੰ ਉੱਥੋਂ ਵਾਪਸ ਜਾਣਾ ਪੈਂਦਾ, ਮੈਨੂੰ ਇਟਲੀ ਜਾਣਾ ਪੈਣਾ ਸੀ, ਫਿਰ ਉਹੀ ਹਾਲਾਤ, ਫਿਰ ਉਹੀ ਸਭ ਕੁਛ ਹੋਣਾ ਸੀਗਾ। ਪਰ ਇਹਨਾਂ ਨੇ, ਸੁਰਿੰਦਰ ਕੌਰ ਦੀ ਨੇ ਫਿਰ ਪਾਸਟਰ ਜੀ ਜਤਿੰਦਰ ਕੀਲ ਜੀ ਨਾਲ ਗੱਲ ਕੀਤੀ, ਇਹਨਾਂ ਨੇ ਮੇਰੇ ਲਈ ਪ੍ਰੇਅਰ ਕੀਤੀ, ਸਾਰਿਆਂ ਨੇ ਮਿਲ ਕੇ, ਰੋਜ਼ੀ ਸਿਸਟਰ ਜੀ ਨੇ ਔਰ ਸੁਰਿੰਦਰ ਕੌਰ ਸਿਸਟਰ ਜੀ ਨੇ, ਪਾਸਟਰ ਜੀ ਨੇ, ਸਾਰਿਆਂ ਨੇ ਮਿਲ ਕੇ ਮੇਰੀ ਪ੍ਰੇਅਰ ਕੀਤੀ। ਉੱਧਰੋਂ ਇੰਡੀਆ ਤੋਂ ਮੇਰੇ ਮਾਸੜ ਜੀ ਮਹਿੰਦਰਪਾਲ ਜੀ ਔਰ ਮੇਰੀ ਸਿਸਟਰ ਪਰਮਜੀਤ ਸੰਧੂ, ਉਹ ਵੀ ਇੰਡੀਆ ਤੋਂ, ਉਹਨਾਂ ਨੇ ਮੇਰੇ ਲਈ ਸਾਰਿਆਂ ਨੇ ਪ੍ਰੇਅਰ ਕੀਤੀ। ਔਰ ਮੈਨੂੰ 15 ਦਿਨ ਬਾਅਦ ਉਹਨਾਂ ਦਾ ਇੱਕ ਮੈਸੇਜ ਆਇਆ, ਮੇਰੀ ਫੈਕਟਰੀ ਜਿੱਥੇ ਮੈਂ ਕੰਮ ਕਰਦਾ ਸੀ, ਉਹਨਾਂ ਨੇ ਮੇਰੇ ਡਾਕੂਮੈਂਟ ਮੰਗੇ ਦੁਬਾਰਾ ਤੋਂ। ਮੈਂ ਉਹ ਡਾਕੂਮੈਂਟ ਲੈ ਕੇ, ਮੈਨੂੰ 10 ਵਜੇ, ਦੂਸਰੇ ਦਿਨ 10 ਵਜੇ ਬੁਲਾਇਆ ਗਿਆ ਉੱਥੇ ਦਫ਼ਤਰ, ਜਿੱਥੇ ਪਰਮਿਸ਼ਨ ਮਿਲਦੀ ਆ। ਉਹਨਾਂ ਨੇ ਕਿਹਾ ਵੀ ਸਵੇਰ ਨੂੰ ਇਹ 10 ਵਜੇ ਉੱਥੇ ਆ ਜਾਵੇ ਡਾਕੂਮੈਂਟ ਲੈ ਕੇ। ਉਹ ਮੇਰੇ ਕੰਮ ਆ ਤੋਂ ਮੈਨੂੰ ਫੋਨ ਆਇਆ, ਕਹਿੰਦੇ ਵੀ ਤੂੰ ਆ ਪੇਪਰ ਲੈ ਜੀ ਉੱਥੇ, ਉਹਨਾਂ ਨੇ ਤੇਰੇ ਪੇਪਰ ਮੰਗੇ ਆ। ਪਰ ਮੇਰੇ ਮਨ ਦੇ ਵਿੱਚ ਡਰ ਸੀ ਵੀ ਕਿਤੇ ਮੈਨੂੰ ਵਾਪਸ ਦਾ ਵੀਜ਼ਾ ਨਾ, ਵਾਪਸੀ ਦੇ ਕਹਿ ਨਾ ਦੇਣ ਕੰਟਰੀ ਆਊਟ ਕਰਨ ਵਾਸਤੇ। ਪਰ ਦੀਦੀ ਉਹਨਾਂ ਨੇ, ਪਾਸਟਰ ਜੀ ਨੇ ਮੈਨੂੰ, ਉਹਨਾਂ ਨੇ ਮੇਰੇ ਲਈ ਪ੍ਰੇਅਰ ਕੀਤੀ ਹੋਈ ਸੀਗੀ, ਕਹਿੰਦੇ ਤੂੰ ਡਰਨਾ, ਪਰਮੇਸ਼ਵਰ ਦਾ ਨਾਂ ਲੈ ਕੇ ਤੂੰ ਚਲੇ ਜਾ, ਚਲੇ ਜਾਈਂ, ਉੱਥੇ ਕੁਛ ਨਹੀਂ ਹੁੰਦਾ ਤੈਨੂੰ ਕੁਛ। ਵਾਕਈ ਹੀ ਉੱਥੇ ਕੁਛ ਨਹੀਂ ਹੋਇਆ। ਜਦੋਂ ਮੈਂ ਉੱਥੇ ਗਿਆ ਅਤੇ ਉਹਨਾਂ ਨੇ ਮੇਰੇ ਪੇਪਰ ਰੱਖੇ, ਔਰ ਉਹਨਾਂ ਨੇ ਮੈਨੂੰ ਉਸੀ ਟਾਈਮ ਇੱਕ ਪੇਪਰ ਦੇ ਦਿੱਤਾ, ਕਹਿੰਦੇ ਤੂੰ ਕੱਲ੍ਹ ਤੋਂ ਇੱਥੋਂ ਕੰਮ 'ਤੇ ਜਾ ਸਕਦਾ ਵਾਂ। ਉਹ ਜਿਹੜਾ ਤੇਰਾ ਕਾਰਡ ਆਉਣਾ ਵਾ ਪਰਮਿਟ ਦਾ 1 ਸਾਲ ਦਾ, ਉਹ ਤੈਨੂੰ ਹਫ਼ਤੇ 10 ਦਿਨ ਦੇ ਵਿੱਚ ਬਾਈ ਪੋਸਟ ਆ ਜਾਊਗਾ। ਮੈਂ ਬੜਾ ਖੁਸ਼ ਹੋਇਆ, ਧੰਨਵਾਦ ਕੀਤਾ। ਉਹ ਸਿਸਟਰ ਜੀ ਨੂੰ ਅਮਰੀਕਾ ਫੋਨ ਕੀਤਾ, ਆ ਕੇ ਪਾਸਟਰ ਜੀ ਨਾਲ ਗੱਲਬਾਤ ਕੀਤੀ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ, ਪਰਮੇਸ਼ਵਰ ਦਾ ਧੰਨਵਾਦ ਕੀਤਾ, ਔਰ ਮੈਂ ਦੁਬਾਰਾ ਕੰਮ ਕਰਨਾ ਪਿਆ। ਪਰ ਲੇਕਿਨ ਇੱਕ ਗੱਲ ਹੋਰ, ਜਦੋਂ ਮੈਂ ਘਰੇ ਬੈਠਾ ਵਿਹਲਾ, ਮੈਨੂੰ ਉਹਨਾਂ ਨੇ ਬਿਠਾ ਦਿੱਤਾ। ਦੀਦੀ ਨੂੰ ਜਦੋਂ ਮੈਂ ਫੋਨ ਕੀਤਾ ਅੱਜ, ਸੁਰਿੰਦਰ ਕੌਰ ਦੀਦੀ ਨੂੰ, ਉਦੋਂ ਦੀਦੀ ਨੇ ਮੈਨੂੰ ਇੱਕ ਗੱਲ ਪੁੱਛੀ ਵੀ ਤੇਰੇ ਕੋਲ ਕੋਈ ਭੁੱਲ ਹੋਈ ਆ? ਅਤੇ ਮੈਂ ਉਹਨੂੰ ਕਿਹਾ, ਮੈਂ ਹਾਂ ਦੀਦੀ ਮੇਰੇ ਤੋਂ ਭੁੱਲਾਂ ਤਾਂ ਬਹੁਤ ਹੋਈਆਂ। ਕਹਿੰਦੇ ਕਿਹੜੀ ਹੋਈਆਂ? ਮੈਂ ਕਿਹਾ ਦੇਖੋ, ਮੈਂ ਨਾ ਕੋਈ ਪ੍ਰੇਅਰ ਕੀਤੀ ਇੱਥੇ ਆ ਕੇ ਜੀਸਸ ਦੇ ਅੱਗੇ, ਨਾ ਮੈਂ ਕੋਈ ਬਾਈਬਲ ਪੜ੍ਹੀ, ਨਾ ਮੈਂ ਕੁਛ ਹੋਰ ਦੁਆ ਕੀਤੀ, ਨਾ, ਔਰ ਮੈਂ ਸਾਰਾ ਦਿਨ ਸ਼ਰਾਬ ਪੀਂਦਾ ਰਿਹਾ ਆਪਣੇ ਕਜ਼ਨ ਦੇ ਨਾਲ ਮਿਲ ਕੇ, ਔਰ ਉਹਦੇ ਫਰੈਂਡਸ ਜਦੋਂ ਵੀ ਮਿਲਦੇ ਸੀਗੇ ਕੰਮ ਤੋਂ ਆ ਕੇ, ਜਾਂ ਡੇਲੀ ਸ਼ਰਾਬ ਪੀਣੀ, ਡੇਲੀ ਕੋਈ ਵੀ ਇਸ ਤਰ੍ਹਾਂ ਦਿਨ ਨਹੀਂ ਸੀਗਾ ਵੀ ਸ਼ਰਾਬ ਪੀਣੀ। ਦੇਖ ਦੀਦੀ ਕਹਿੰਦੇ, ਫਿਰ ਦੀਦੀ ਨੇ ਮੈਨੂੰ ਕਿਹਾ, ਸੁਰਿੰਦਰ ਕੌਰ ਦੀਦੀ ਨੇ, ਵੀ ਸੋਨੂੰ ਵੀ ਧਰਮਵੀਰ, ਵੀ ਇਹ ਸ਼ਰਾਬ ਨਹੀਂ ਪੀਣੀ, ਇਹ ਸਭ ਪਰਮੇਸ਼ਵਰ ਨੇ ਕਿਹਾ ਵੀ ਸ਼ਰਾਬ ਨਹੀਂ ਪੀਣੀ, ਵੀ ਤੂੰ ਸ਼ਰਾਬ ਪੀਣਾ ਵਾ, ਤੂੰ ਸ਼ਰਾਬ ਨਹੀਂ ਪੀਣੀ। ਫਿਰ ਮੈਂ ਦੀਦੀ ਨੂੰ ਕਿਹਾ, ਮੈਂ ਕਿਹਾ ਦੀਦੀ ਮੇਰਾ ਵਰਕ ਪਰਮਿਟ ਦਾ ਕੰਮ ਹੋ ਜਾਵੇ, ਮੈਂ ਪਰਮੇਸ਼ਵਰ ਦੇ ਅੱਗੇ, ਤੁਹਾਡੇ ਅੱਗੇ ਪਰਮੇਸ਼ਵਰ ਨਾਲ ਵਾਅਦਾ ਕਰਦਾ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ। ਉਹਨਾਂ ਨੇ ਮੈਨੂੰ ਕਿਹਾ ਚਲੋ ਠੀਕ ਆ, ਤੂੰ ਉਹਨਾਂ ਦੇ ਅੱਗੇ ਫਰਿਆਦ ਕਰ, ਪ੍ਰੇਅਰ ਕਰ, ਮਾਫੀ ਮੰਗ, ਉਹ ਸਭ ਨੂੰ ਬਖਸ਼ਣਹਾਰ, ਉਹ ਸਭ ਨੂੰ ਬਖਸ਼ਣਗੇ, ਅਤੇ ਤੂੰ ਉਹਨਾਂ ਨੂੰ ਆਪਣੇ ਉਹਨਾਂ ਦੇ ਅੱਗੇ ਮਾਫੀ ਮੰਗ। ਔਰ ਮੈਂ ਉਹਨਾਂ ਦੇ ਅੱਗੇ ਪ੍ਰੇਅਰ ਕੀਤੀ ਆਪਣੀ ਸਿਸਟਰ ਦੇ ਨਾਲ ਮਿਲ ਕੇ, ਔਰ ਆਪਣੀ ਮਾਫੀ ਮੰਗੀ, ਭੁੱਲਾਂ ਬਖਸ਼ਾਈਆਂ, ਔਰ ਪਰਮੇਸ਼ਵਰ ਨੇ ਮੈਨੂੰ ਮਾਫ ਵੀ ਕੀਤਾ, ਔਰ ਮੈਨੂੰ ਵਰਕ ਪਰਮਿਟ ਵੀ ਲੈ ਦਿੱਤਾ। ਅੱਜ ਔਰ ਕੁਛ ਦਿਨਾਂ ਬਾਅਦ ਮੇਰੇ ਫਿਰ ਹੱਥ 'ਤੇ ਸੱਟ ਲੱਗ ਗਈ, ਫੈਕਟਰੀ ਦੇ ਵਿੱਚ ਮਸ਼ੀਨ 'ਚ ਹੱਥ ਆ ਗਿਆ,
ਔਰ ਮੇਰੇ ਕਾਫੀ ਸਵੈਲਿੰਗ ਹੋ ਗਈ ਸੀ ਹੱਥ 'ਚ, ਸੀਗਾ ਵੀ ਸ਼ਾਇਦ ਨੋਰਮਲ ਹੀ ਆ ਵੀ ਮੈਂ ਘਰੇ ਆ ਗਿਆ। ਅਤੇ ਪੇਨ ਬਹੁਤ ਹੋ ਰਿਹਾ ਸੀ, ਬਹੁਤ ਜ਼ਿਆਦਾ ਪੇਨ ਹੁੰਦਾ ਸੀਗਾ, ਅਤੇ ਮਸ਼ੀਨ ਬਹੁਤ ਹੈਵੀ ਸੀਗਾ ਜਿਹਦੇ ਵਿੱਚ ਮੇਰਾ ਹੱਥ ਆਇਆ। ਅਸੀਂ ਇਹ ਸੋਚਦੇ ਵੀ ਸਾਰੇ ਸਵੈਲਿੰਗ ਹੀ ਹੋਈ ਆ, ਪਰ ਪੇਨ ਬਹੁਤ ਹੋ ਰਿਹਾ ਸੀਗਾ, ਬਹੁਤ ਜ਼ਿਆਦਾ। ਫਿਰ ਮੈਂ ਪਰਮੇਸ਼ਵਰ ਦੇ ਅੱਗੇ ਫਰਿਆਦ ਕੀਤੀ ਵੀ ਹੈ ਮੇਰੇ ਪਿਤਾ ਪਰਮੇਸ਼ਵਰ, ਵੀ ਮੇਰੇ ਪੇਨ ਬਹੁਤ ਹੋ ਰਹੀ, ਮੇਰੇ ਪੇਨ ਹਟਾ ਦਿਓ। 3 ਸੈਕਿੰਡ ਦੇ ਵਿੱਚ ਮੇਰੇ ਪੇਨ ਖਤਮ ਹੋ ਗਈ। ਔਰ ਮੈਂ ਹੈਰਾਨ ਹੋ ਗਿਆ ਕਿ ਮੈਂ ਪਰਮੇਸ਼ਵਰ ਵੀ ਤੇਰਾ ਧੰਨਵਾਦ ਆ ਵੀ ਮੇਰੇ ਪੇਨ ਨਹੀਂ ਹੋ ਰਹੇ। ਮੈਂ ਸ਼ਾਮ ਤੱਕ ਘਰੇ ਬੈਠਾ ਰਿਹਾ, ਮੈਂ ਕਿਤੇ ਨਹੀਂ ਗਿਆ ਹੌਸਪੀਟਲ। ਮੈਂ ਕਿਹਾ ਉੱਦਾਂ ਪੇਨ ਸਵੈਲਿੰਗ ਹੋਈ ਆ, ਹੋ ਜੂੰਗੀ ਹਟ ਜੂੰਗੀ, ਪਰ ਲੇਕਿਨ ਸ਼ਾਮ ਤੱਕ ਸਵੈਲਿੰਗ ਨਹੀਂ ਹਟੀ, ਵੱਧ ਰਹੀ ਸੀਗੀ, ਪਰ ਪੇਨ ਮੇਰੇ ਬਿਲਕੁਲ ਨਹੀਂ ਹੋ ਰਹੀ ਸੀਗੀ। ਅਤੇ ਸ਼ਾਮ ਨੂੰ ਮੇਰਾ ਕਜ਼ਨ ਆਇਆ ਘਰ, ਅਤੇ ਉਹ ਮੈਨੂੰ ਹੌਸਪੀਟਲ ਲੈ ਗਿਆ। ਹੌਸਪੀਟਲ ਗਏ ਤਾਂ ਐਕਸਰੇ ਹੋਏ, ਉੱਥੇ 2 ਉਂਗਲਾਂ ਦੇ ਵਿੱਚ 8 ਜਗ੍ਹਾ ਫ੍ਰੈਕਚਰ ਹੋਇਆ ਸੀ ਮੇਰੇ। ਔਰ ਪਰਮੇਸ਼ਵਰ ਦੀ ਐਡੀ ਕਿਰਪਾ ਸੀਗੀ ਕਿ ਮੇਰੇ ਦਰਦ ਬਿਲਕੁਲ ਵੀ ਨਹੀਂ ਸੀ ਹੋ ਰਿਹਾ। ਮੈਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਮੇਰੀ ਹੱਡੀਆਂ ਟੁੱਟ ਚੁੱਕੀਆਂ ਵਾ, ਫ੍ਰੈਕਚਰ ਹੋ ਚੁੱਕੀਆਂ ਵਾ, ਕਰੈਕ ਆ ਚੁੱਕੇ। ਉਹਦੇ ਵਿੱਚ 8 ਜਗ੍ਹਾ ਤੋਂ, 1 ਜਗ੍ਹਾ ਤੋਂ ਨਹੀਂ 8 ਜਗ੍ਹਾ ਤੋਂ ਹੋ ਗਿਆ। ਔਰ ਮੈਂ ਹੈਰਾਨ ਹਾਂ ਪਰਮੇਸ਼ਵਰ ਦਾ ਕਿ ਪਰਮੇਸ਼ਵਰ ਨੇ ਮੈਨੂੰ ਮਾੜਾ ਵੀ ਪੇਨ ਹੋਣ ਨਹੀਂ ਦਿੱਤਾ। ਮੈਂ ਹਾਲੇਲੂਇਆ ਪਰਮੇਸ਼ਵਰ ਦਾ ਮੈਂ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਬੜੀ ਸ਼ਕਤੀ ਦਿੱਤੀ ਔਰ ਮੈਨੂੰ ਬਚਾ ਕੇ ਰੱਖਿਆ ਇਸ ਪੇਨ ਤੋਂ। ਅਤੇ ਮੇਰੇ ਪਲਾਸਟਰ ਲੱਗ ਗਿਆ। 2 ਮਹੀਨੇ ਮੈਂ ਘਰ ਬੈਠਾ ਰਿਹਾ। ਉਹ 2 ਮਹੀਨੇ ਮੈਂ ਪਰਮੇਸ਼ਵਰ ਦੇ ਮੈਂ ਬਾਈਬਲ ਪੜ੍ਹੀ, ਸਾਰੀ ਰਾਤ ਬੈਠਾ ਰਹਿਣਾ, ਸਾਰਾ ਦਿਨ ਬੈਠਾ ਰਹਿਣਾ, ਇਬਾਦਤ ਕਰਨੀ, ਪ੍ਰੇਅਰ ਕਰਨੀ, ਵਰਸ਼ਿਪ ਕਰਨੀ, ਸਭ ਕੁਛ ਕੀਤਾ। ਔਰ ਪਰਮੇਸ਼ਵਰ ਨੇ ਮੈਨੂੰ ਜਿਹੜੀ ਇਹ ਸੱਟ ਕਹਿੰਦੇ ਨਾ ਵੀ ਸੱਟ ਲੱਗੀ, ਦੁੱਖ ਆਉਂਦਾ, ਤਕਲੀਫ ਆਉਂਦੀ, ਪਰਮੇਸ਼ਵਰ ਆਪਣੇ ਕੋਲ ਖਿੱਚਦੇ ਨੇ, ਆਪਣੇ ਕੋਲ ਬੁਲਾਉਂਦੇ ਨੇ। ਉੱਦਾਂ ਹੀ ਪਰਮੇਸ਼ਵਰ ਨੇ ਮੈਨੂੰ ਵੀ ਆਪਣੇ ਕੋਲ ਖਿੱਚਿਆ, ਆਪਣੇ ਕੋਲ ਕੀਤਾ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ। ਇਹ ਸੱਟ ਨਹੀਂ ਸੀਗੀ, ਇਹ ਮੈਨੂੰ ਪਰਮੇਸ਼ਵਰ ਨੇ ਆਪਣੇ ਕੋਲ ਬੁਲਾਇਆ ਸੀ। ਇਸ ਕਰਕੇ ਮੈਂ ਇਹਨੂੰ ਸੱਟ ਨਹੀਂ ਕਹੂੰਗਾ ਵੀ ਮੇਰੇ ਸੱਟ ਲੱਗੀ ਸੀ, ਮੈਨੂੰ ਪਰਮੇਸ਼ਵਰ ਨੇ ਆਪਣੇ ਕੋਲ ਕੀਤਾ। ਮੈਂ ਉਹਦਾ ਧੰਨਵਾਦ ਕਰਦਾ ਪਰਮੇਸ਼ਵਰ ਦਾ ਵੀ ਜਿਹਨੇ ਮੈਨੂੰ ਆਪਣੇ ਕੋਲ ਕੀਤਾ। ਹੁਣ ਮੇਰਾ ਹੱਥ ਕਾਫੀ ਠੀਕ ਆ। ਮੈਂ ਪਰਮੇਸ਼ਵਰ ਦੀ ਕਿਰਪਾ ਨਾਲ, ਪਹਿਲਾਂ ਡਾਕਟਰ ਕਹਿੰਦੇ ਸੀਗੇ ਵੀ ਪੱਤੀਆਂ ਪੈਣਗੀਆਂ। ਫਿਰ ਮੈਂ ਦੀਦੀ ਨਾਲ ਗੱਲ ਕੀਤੀ, ਸੁਰਿੰਦਰ ਕੌਰ ਜੀ ਨਾਲ ਔਰ ਪਾਸਟਰ ਜੀ ਨਾਲ, ਸਾਰਿਆਂ ਨੇ ਮੇਰੇ ਲਈ, ਫਿਰ ਜਤਿੰਦਰ ਗਿੱਲ ਜੀ ਔਰ ਰੋਜੀ ਸਿਸਟਰ ਜੀ ਨੇ ਮੇਰੇ ਲਈ, ਔਰ ਮੇਰੀ ਭੈਣ ਪਰਮਜੀਤ ਸੰਧੂ ਔਰ ਮਾਸਟਰ ਜੀ ਮਹਿੰਦਰਪਾਲ ਜੀ, ਸਾਰਿਆਂ ਨੇ ਮੇਰੇ ਲਈ ਹੱਥ ਲਈ ਵੀ ਪ੍ਰੇਅਰ ਕੀਤੀ। ਔਰ ਪਰਮੇਸ਼ਵਰ ਦੀ ਐਡੀ ਕਿਰਪਾ ਹੋਈ ਵੀ ਪਹਿਲਾਂ ਡਾਕਟਰ ਕਹਿੰਦੇ ਜਿੱਥੇ ਪੱਤੀਆਂ ਪੈਣੀਆਂ ਵਾ ਉੱਥੇ ਹੀ, ਫਿਰ ਡਾਕਟਰ ਨੇ ਕਹਿ ਦਿੱਤਾ ਨਹੀਂ ਇੱਦਾਂ ਠੀਕ ਹੋ ਜਾਣਾ ਹੈ। 8 ਜਗ੍ਹਾ ਤੋਂ ਫ੍ਰੈਕਚਰ ਹੋਣ ਦੇ ਬਾਵਜੂਦ ਵੀ ਪਰਮੇਸ਼ਵਰ ਨੇ ਮੇਰੀ ਉੱਦਾਂ ਹੀ ਹੱਡੀਆਂ ਜੋੜ ਦਿੱਤੀਆਂ, ਉੱਦਾਂ ਹੀ ਹੱਥ ਠੀਕ ਹੋ ਗਿਆ ਮੇਰਾ। 2 ਮਹੀਨੇ ਲੰਘ ਮੈਂ ਘਰ ਬੈਠਾ ਰਿਹਾ। 2 ਮਹੀਨੇ ਮੈਂ ਇਬਾਦਤ ਕੀਤੀ ਪਰਮੇਸ਼ਵਰ ਦੀ ਔਰ ਬਾਈਬਲ ਪੜ੍ਹੀ। ਬਾਈਬਲ ਪੜ੍ਹ ਕੇ ਜੋ ਮੇਰੇ ਮਨ ਦੇ ਵਿੱਚ ਬਦਲਾਵ ਆਇਆ, ਮੈਂ ਹੀ ਜਾਣਦਾ ਔਰ ਪਰਮੇਸ਼ਵਰ ਜਾਣਦਾ ਵੀ ਮੇਰਾ ਰਿਸ਼ਤਾ ਉਹਨਾਂ ਨਾਲ ਕੀ ਹੋ ਗਿਆ। ਪਰਮੇਸ਼ਵਰ ਨੇ ਮੈਨੂੰ ਆਪਣੇ ਕੋਲ ਖਿੱਚਿਆ। ਕਿਸੇ ਵੇਲੇ ਇੱਦਾਂ ਦਾ ਟਾਈਮ ਸੀਗਾ ਵੀ ਮੈਂ ਜੀਸਸ ਨੂੰ ਮੰਨਦਾ ਹੀ ਨਹੀਂ ਸੀਗਾ, ਪਰ ਮੈਂ ਇਹੀ ਕਹਿੰਦਾ ਸੀ ਨਹੀਂ, ਕੁਰਾਨ ਹੀ ਸਭ ਕੁਛ ਆ, ਅੱਲਾ ਹੀ ਸਭ ਕੁਛ ਆ। ਪਰ ਨਹੀਂ, ਮੈਂ ਜਦੋਂ ਫਿਰ ਕੁਰਾਨ ਬਾਈਬਲ ਪੜ੍ਹੀ, ਕੁਰਾਨ ਬਾਰੇ ਸਾਰਾ ਕੁਛ ਪਤਾ ਲੱਗਾ ਵੀ ਨਹੀਂ, ਮੈਂ ਅੰਧੇਰੇ ਵਿੱਚ ਹੀ ਸੀ। ਜੋ ਹੈ ਉਹ ਜਿੰਦਾ ਪਰਮੇਸ਼ਵਰ ਸਾਡੇ ਪ੍ਰਭੂ ਯਿਸੂ ਹੀ ਹੈ। ਉਹਨਾਂ ਦੀ ਹੀ ਕਿਰਪਾ ਦੇ ਨਾਲ ਹੀ ਅਸੀਂ ਅੱਗੇ ਹੀ ਵਧਾਂਗੇ। ਹੋਰ ਕੋਈ ਨਹੀਂ ਹੈਗਾ। ਸਭ ਭਰਮ ਆ, ਸਭ ਪਾਪ ਆ, ਜਿਹਨੂੰ ਆਪਾਂ ਸਿਰਫ, ਮੈਂ ਸਭ ਨੂੰ ਇਹੀ ਕਹੂੰਗਾ ਪਰਮੇਸ਼ਵਰ ਜਿੰਦਾ ਪਰਮੇਸ਼ਵਰ ਦੀ ਇਬਾਦਤ ਕਰੋ, ਪ੍ਰਭੂ ਯਿਸੂ ਦੀ ਇਬਾਦਤ ਕਰੋ। ਜਿਹਨੇ ਇਹਨਾਂ ਦੀ ਇਬਾਦਤ ਕੀਤੀ ਉਹਨੇ ਪਿਤਾ ਦੀ ਇਬਾਦਤ ਕੀਤੀ। ਇਹਨਾਂ ਦਾ ਕਹਿਣਾ ਮੰਨਿਆ, ਪਿਤਾ ਦਾ ਕਹਿਣਾ ਮੰਨਿਆ। ਸਭ ਦਾ ਇਹੀ ਪਰਮੇਸ਼ਵਰ ਹੀ ਕਿਰਪਾ ਕਰਦੇ ਨੇ ਔਰ ਇਹਨਾਂ ਤੋਂ ਉੱਪਰ ਕੋਈ ਨਹੀਂ ਹੈਗਾ। ਇਹਨਾਂ ਨੇ ਹੀ ਇੱਥੇ ਜੀਵਨ ਦੇਣਾ ਹੈ ਸਾਨੂੰ। ਪਰਮੇਸ਼ਵਰ ਕਹਿੰਦੇ ਨੇ ਕਿ ਤੂੰ ਮੇਰੇ ਕੋਲ ਆ, ਮੇਰੇ ਕੋਲ ਮੰਗ, ਮੈਂ ਤੈਨੂੰ ਦੇਵਾਂਗਾ। ਇਹ ਉਹ ਪਿਤਾ ਨੇ ਜਿਹੜੇ ਇਹਨਾਂ ਤੋਂ ਅਸੀਂ ਮੰਗਦੇ ਹਾਂ ਔਰ ਸਾਨੂੰ ਦਿੰਦੇ ਵੀ ਆ, ਔਰ ਇਹ ਸਾਨੂੰ ਜੀਵਨ ਦਿੰਦੇ। ਇਹ ਪਾਪੀਆਂ ਨੂੰ ਤਾਰਨ ਆਏ ਆ, ਇਹ ਪਾਪੀਆਂ ਦਾ ਨਾਸ਼ ਕਰਨ ਨਹੀਂ ਆਏ, ਇਹ ਪਾਪੀਆਂ ਨੂੰ ਤਾਰਨ ਆਏ ਆ ਪਰਮੇਸ਼ਵਰ। ਇਹਨਾਂ ਨੇ ਸਾਰਿਆਂ ਨੂੰ ਤਾਰਨਾ ਹੈ, ਇਹਨਾਂ ਦੀ ਇਬਾਦਤ ਕਰਨੀ, ਇਹਨਾਂ ਦੀ ਪ੍ਰੇਅਰ ਕਰਨੀ। ਪਰਮੇਸ਼ਵਰ ਕਿਰਪਾ ਕਰਨ ਸਾਰੇ 'ਤੇ। ਔਰ ਹੁਣ ਵੀ ਮੈਂ ਕੰਮ ਠੀਕ ਆ ਮੇਰਾ, ਮੈਂ ਕੰਮ 'ਤੇ ਜਾਂਦਾ ਵਾਂ। ਔਰ 2 ਮਹੀਨੇ ਤੋਂ ਬਾਅਦ ਮੈਂ ਕੰਮ 'ਤੇ ਜਾਣ ਲੱਗ ਪਿਆ। 1 ਮਈ ਤੋਂ ਮੈਂ ਕੰਮ 'ਤੇ ਜਾਣ ਲੱਗ ਪਿਆ ਆਪਣੇ। ਅਤੇ ਉਸ ਤੋਂ ਠੀਕ ਹੈ, ਥੋੜ੍ਹਾ ਜਿਹਾ ਮੇਰੇ ਹਜੇ ਇਲਾਜ ਚੱਲ ਰਿਹਾ ਪੂਰਾ ਇਲਾਜ, ਪਰ ਕਾਫੀ ਬੈਸਟ ਹੈ, ਹੱਥ ਮੇਰਾ ਠੀਕ ਆ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਵਾਂ ਵੀ ਮੈਨੂੰ ਮੁੜ ਕੇ ਆਪਣੇ ਚਰਨਾਂ ਦੇ ਕੋਲ ਹਮੇਸ਼ਾ ਹੀ ਲਾਈ ਰੱਖਣ, ਆਪਣੀ ਇਬਾਦਤ ਕਰਦੇ ਨੇ। ਮੈਂ ਉਹਨਾਂ ਦੀ ਇਬਾਦਤ ਹੀ ਹਮੇਸ਼ਾ ਕਰਦਾ ਰਹਾਂ, ਕਦੇ ਡਾਵਾਂ ਡੋਲਣਾ, ਮੈਨੂੰ ਡੋਲਣ ਨਾ ਦਿਓ ਮੇਰੇ ਪਰਮੇਸ਼ਵਰ, ਮੇਰੇ ਜਿੰਦਾ ਖੁਦਾ, ਮੈਨੂੰ ਡੋਲਣ ਨਾ ਦਿਓ।
ਔਰ ਮੈਂ ਇਹ ਹੁਣ ਮੇਰੇ ਫੈਮਿਲੀ ਦੇ ਪੇਪਰਾਂ ਦੀ ਪ੍ਰੋਬਲਮਸ ਚੱਲ ਰਹੀ ਨੇ ਔਰ ਪਰਮੇਸ਼ਰ ਨੇ ਉਹ ਵੀ ਪੂਰੀ ਕੀਤੀਆਂ ਹੋਈਆਂ ਵਾ। ਮੈਨੂੰ ਇਹ ਵੀ ਯਕੀਨ ਆ ਵੀ ਉਹਨਾਂ ਨੂੰ ਕਿਤੇ ਵੀ ਕੁਛ ਨਹੀਂ ਹੋਣ ਦੇਣਾ। ਉਹਨਾਂ ਦੇ ਪੇਪਰਾਂ ਦਾ ਵੀ ਉਹਨਾਂ ਨੇ ਕੰਮ ਕੀਤਾ ਹੀ ਹੋਇਆ ਆ। ਉਹਨਾਂ ਨੇ ਮੇਰੇ ਲਈ ਜੋ ਯੋਜਨਾ ਬਣਾਈ ਹੈ ਉਹ ਪੂਰੀ ਹੀ ਹੋਣੀ ਆ। ਫਿਰ ਇੱਥੇ ਪਰਮੇਸ਼ਰ ਇੱਕ ਹੋਰ ਗੱਲ ਹੋਰ ਸੀ ਤੁਹਾਡੇ ਨਾਲ ਕਰਨੀ ਕਿ ਮੈਂ ਜਦੋਂ ਮੇਰੇ ਸੱਟ ਲੱਗੀ ਸੀ, ਮੈਂ 2 ਮਹੀਨੇ ਘਰ ਸੀਗਾ, ਪ੍ਰੇਅਰ ਕਰਦਾ ਹੁੰਦਾ ਸੀ। ਮੇਰੇ ਮਨ ਦੇ ਵਿੱਚ ਹੁੰਦਾ ਸੀ ਮੈਂ ਚਰਚ ਜਾਵਾਂ। ਮੈਨੂੰ ਇੰਡੀਅਨ ਚਰਚ ਕੋਈ ਨਹੀਂ ਸੀ ਇੱਥੇ ਲੱਭ ਰਹੀ। ਫਿਰ ਇੱਥੇ ਸਾਡੇ ਘਰ ਦੇ ਕੋਲ ਇੱਕ ਨੀਅਰ ਚਰਚ ਸੀਗੀ, ਅਸੀਂ ਉੱਥੇ ਗਏ, ਉੱਥੇ ਵੀ ਪ੍ਰੇਅਰ ਕੀਤੀ ਪਰਮੇਸ਼ਰ ਦੇ ਅੱਗੇ ਜਾ ਕੇ। ਫਿਰ ਅਸੀਂ ਗੂਗਲ 'ਤੇ ਸਰਚ ਕੀਤੀ ਇੰਡੀਅਨ ਚਰਚ ਕਿੱਥੇ ਹੈ ਇੱਥੇ, ਚਾਹੇ ਪੰਜਾਬੀ ਚਰਚ ਹੋਏ ਜਾਂ ਹਿੰਦੀ 'ਚ ਹੋਏ। ਫਿਰ ਸਾਨੂੰ ਇੱਥੇ ਇੱਕ ਚਰਚ ਲੱਭੀ ਆ, ਉਹ ਇੰਗਲਿਸ਼ ਔਰ ਤਮਿਲ ਦੇ ਵਿੱਚ ਪ੍ਰੇਅਰ ਕਰਦੇ ਆ, ਪਰਮੇਸ਼ਰ ਦੀ ਆਰਾਧਨਾ ਕਰਦੇ ਨੇ। ਫਿਰ ਉਹ ਵਿੱਚ ਹੁਣ ਉਹਨਾਂ ਨੇ ਹਿੰਦੀ ਦੀ ਵੀ ਸ਼ੁਰੂ ਕੀਤੀ ਹੈ। ਜਿੱਦਣ ਤੋਂ ਅਸੀਂ ਜਾਣ ਲੱਗੇ, ਅਸੀਂ ਉੱਥੇ ਗਏ, ਉਹਨਾਂ ਨੂੰ ਦੱਸਿਆ ਵੀ ਸਾਨੂੰ ਇੱਦਾਂ ਗੂਗਲ ਤੋਂ ਅਸੀਂ ਸਰਚ ਕਰਕੇ ਆਏ ਹਾਂ, ਅਤੇ ਉਹਨਾਂ ਨੇ ਸਾਡੇ ਬੜਾ ਦੀਦਮਾਨ ਕੀਤਾ ਔਰ ਅਸੀਂ ਹਰ ਹਫ਼ਤੇ ਹੁਣ ਉੱਥੇ ਜਾਂਦੇ ਹਾਂ। ਉਹਨਾਂ ਨੇ ਹੁਣ ਹਿੰਦੀ ਦੇ ਵਿੱਚ ਵੀ ਸ਼ੁਰੂ ਕਰ ਦਿੱਤੀ ਪ੍ਰੇਅਰ ਕਰਨੀ ਔਰ ਸਾਨੂੰ ਉਹ ਬਹੁਤ ਗਿਆਨ ਦਿੰਦੇ ਆ। ਬਹੁਤ ਅੱਛੇ ਪਾਸਟਰ ਮਿਲੇ ਨੇ ਔਰ ਪਰਮੇਸ਼ਰ ਦੀ ਕਿਰਪਾ ਨੇ ਸਾਨੂੰ ਪਰਮੇਸ਼ਰ ਨੇ ਬੜਾ ਰਾਹ ਦਿਖਾਤਾ। ਕਹਿੰਦੇ ਨਾ ਵੀ ਜਦੋਂ ਮਿਸਰ ਦੇ ਵਿੱਚ ਮੂਸਾ ਨੂੰ ਰਾਹ ਕਿਤੇ ਨਹੀਂ ਸੀ ਮਿਲ ਰਿਹਾ ਜਾਣ ਲਈ ਇਜ਼ਰਾਈਲੀਆਂ ਨੂੰ ਕੱਢਣ ਵਾਸਤੇ, ਤਾਂ ਪਰਮੇਸ਼ਰ ਨੇ ਸਮੁੰਦਰ ਨੂੰ ਪਾੜ ਕੇ ਰਾਹ ਬਣਾਤਾ। ਅਤੇ ਇਸ ਤਰ੍ਹਾਂ ਹੀ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਰਾਹ ਬਣਾਤਾ ਅੱਗੇ ਵਧਣ ਦਾ। ਜਿੱਦਾਂ ਪਰਮੇਸ਼ਰ ਨੇ ਮੇਰੇ ਨਾਲ ਆ, ਮੈਂ ਹਮੇਸ਼ਾ ਹੀ ਸਾਰਿਆਂ ਨੂੰ ਕਹੂੰਗਾ ਜਿੰਦਾ ਗੁਰੂ ਦੀ ਇਬਾਦਤ ਕਰੋ, ਜਿੰਦਾ ਪਿਤਾ ਦੀ ਇਬਾਦਤ ਕਰੋ, ਪਰਮੇਸ਼ਰ ਦੀ ਇਬਾਦਤ ਕਰੋ। ਔਰ ਅੱਜ ਅਸੀਂ ਚਰਚ ਜਾਂਦੇ ਹਾਂ, ਹਰ ਹਫ਼ਤੇ ਜਾਂਦੇ ਹਾਂ। ਅਸੀਂ ਚਰਚ ਇਸ ਤਰ੍ਹਾਂ ਜਾਂਦੇ ਹਾਂ ਵੀ ਜਿਸ ਤਰ੍ਹਾਂ ਉੱਥੇ ਲੋਕ ਜਿਹੜੇ ਸਾਨੂੰ ਮਿਲਦੇ ਆ, ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਪਤਾ ਨਹੀਂ ਕਿੰਨੇ ਚਿਰ ਤੋਂ ਜਾਣਦੇ ਆ, ਕਿੰਨਾ ਸਾਨੂੰ ਪਿਆਰ ਉਹ ਕਰਦੇ ਆ। ਅਸੀਂ ਕਿੱਦਾਂ ਘੁਲ ਮਿਲ ਗਏ, ਉਹਨਾਂ ਨਾਲ ਇੱਕ ਫੈਮਿਲੀ ਮੈਂਬਰ ਹੀ ਬਣ ਗਏ ਪਰਮੇਸ਼ਰ ਦੀ ਕਿਰਪਾ ਨਾਲ। ਔਰ ਪਰਮੇਸ਼ਰ ਦੀ ਬੜੀ ਹੀ ਕਿਰਪਾ ਰਹੇ ਹਮੇਸ਼ਾ ਹੀ, ਅਸੀਂ ਉੱਥੇ ਜਾਂਦੇ ਰਹੀਏ ਔਰ ਪਰਮੇਸ਼ਰ ਦੇ ਗੁਣਗਾਨ ਕਰਦੇ ਰਹੀਏ। ਔਰ ਮੈਂ ਪਰਮੇਸ਼ਰ ਦੇ ਅੱਗੇ ਪਾਸਟਰ ਜਤਿੰਦਰ ਗਿੱਲ ਜੀ, ਸਿਸਟਰ ਰੋਜੀ ਸਿਸਟਰ ਜੀ ਦੀ, ਔਰ ਸੁਰਿੰਦਰ ਕੌਰ ਸੰਧੂ ਸਿਸਟਰ, ਪਰਮਜੀਤ ਸੰਧੂ ਔਰ ਮਹਿੰਦਰਪਾਲ ਮਾਸਟਰ ਜੀ, ਉਹਨਾਂ ਲਈ ਵੀ ਮੈਂ ਪਰਮੇਸ਼ਰ ਦੇ ਅੱਗੇ ਦੁਆ ਕਰਦਾ। ਇਹਨਾਂ ਦੇ ਅਸੀਸ ਰੱਖਣ ਆਪਣੀ, ਇਹਨਾਂ ਨੂੰ ਤਰੱਕੀਆਂ ਬਖਸ਼ਣ, ਇਹਨਾਂ ਦੀ ਲੰਬੀ ਉਮਰ ਰੱਖਣ। ਪਰਮੇਸ਼ਰ ਸਭ ਨੂੰ ਉਹਨਾਂ ਦੇ ਧੰਨਵਾਦ ਕਰਦਾ, ਉਹਨਾਂ ਦਾ ਸਾਰਿਆਂ ਦਾ ਵੀ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ। ਔਰ ਅੱਗੇ ਵੀ ਜੋ ਵੀ ਮੇਰੀ ਯੋਜਨਾਵਾਂ ਪਰਮੇਸ਼ਰ ਨੇ ਬਣਾਈਆਂ ਹੋਈਆਂ ਵਾ ਮੇਰੇ ਵਾਸਤੇ, ਉਹਨਾਂ ਲਈ ਵੀ ਪਰਮੇਸ਼ਰ ਅੱਗੇ ਮੈਨੂੰ ਤਰੱਕੀ ਬਖਸ਼ਣ ਔਰ ਜੂਮ ਪ੍ਰੇਅਰ ਕਰਨ ਸਾਰੇ ਮੇਰੇ ਵਾਸਤੇ। ਫਿਰ ਅੱਗੇ ਤੋਂ ਅੱਗੇ ਮੇਰੀ ਅਸੀਂ ਇੱਥੇ ਨਵੇਂ ਹਾਂ ਜੀ ਜਰਮਨ ਦੇ ਵਿੱਚ, ਬਹੁਤ ਕੁਛ ਨਵੀਂ ਜ਼ਿੰਦਗੀ, ਨਵੇਂ ਤਰੀਕੇ ਨਾਲ ਸ਼ੁਰੂ ਕਰਨੀ, ਨਵਾਂ ਜ਼ੀਰੋ ਤੋਂ ਸ਼ੁਰੂ ਹੋਏ ਹਾਂ ਪਰਮੇਸ਼ਰ ਨੇ, ਪਰ ਲੇਕਿਨ ਸਾਥ ਬੜਾ ਦਿੱਤਾ। ਹਰ ਵੇਲੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਔਰ ਤੁਸੀਂ ਸਾਰੇ ਸਾਡੇ ਲਈ ਦੁਆ ਕਰਿਓ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ। ਜੈ ਮਸੀਹ ਦੀ। ਹਾਲੇਲੂਇਆ, ਹਾਲੇਲੂਇਆ।